ਹੈਲੋ ਸਟੂਡੈਂਟਸ, ਮੈਂ ਖੁਸ਼ੀ ਹਨੂ ਸ਼ਰਮਾ ਆਪ ਸਭ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਖੁਸ਼ੀ ਹਨੂ ਸ਼ਰਮਾ ਦੇ ਵਿੱਚ। ਉਮੀਦ ਹੈ ਕਿ ਤੁਸੀਂ ਸਭ ਚੰਗੇ ਹੋਗੇ, ਬਹੁਤ ਵਧੀਆ ਤਰੀਕੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਗੇ। ਅੱਜ ਦੀ ਵੀਡੀਓ ਮੈਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨਾਲ ਰਿਲੇਟਡ ਲੈ ਕੇ ਆਈ ਹਾਂ। ਕੁਛ ਇੱਕ ਇੰਪੋਰਟੈਂਟ MCQs ਨੇ ਪਲੱਸ ਥੋੜੀ ਜਿਹੀ ਥਿਊਰੀ ਹੈ ਜੋ ਤੁਹਾਡੇ ਲਈ ਕਾफ़ी ਇੰਪੋਰਟੈਂਟ ਰਹੇਗੀ ਐਗਜ਼ਾਮ ਦੇ ਲਈ। ਤੇ ਬਾਕੀ ਸਟੂਡੈਂਟਸ ਤੁਸੀਂ ਮੈਨੂੰ ਕਮੈਂਟਸ ਵਗੈਰਾ ਕਰਦੇ ਰਹਿੰਦੇ ਹੋ, ਮੈਨੂੰ ਚੰਗਾ ਲੱਗਦਾ ਹੈ। ਮੈਂ ਤੁਹਾਡੇ ਕਮੈਂਟਸ ਵਗੈਰਾ ਪੜ੍ਹਦੀ ਹਾਂ, ਰਿਪਲਾਈ ਵੀ ਕਰਦੀ ਹਾਂ। ਅਤੇ ਇੰਝ ਹੀ ਕਮੈਂਟਸ ਕਰਦੇ ਰਿਹਾ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਲਾਈਕ ਕਰੋ। ਸ਼ੁਰੂ ਕਰ ਲੈਂਦੇ ਹਾਂ ਅੱਜ ਦਾ ਵੀਡੀਓ। ਦ ਪ੍ਰੋਸੈਸ ਆਫ ਇੰਟਰੋਡਕਸ਼ਨ ਆਫ ਵੀਕਐਂਡ ਪੈਥੋਜਨ ਇਨਟੂ ਹਿਊਮਨ ਬਾਡੀ ਇਜ਼ ਕਾਲਡ। ਕਮਜ਼ੋਰ ਕੀਤੇ ਗਏ ਪੈਥੋਜਨ ਨੂੰ ਮਾਨਵ ਸਰੀਰ ਵਿੱਚ ਪਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਜੋ ਪੈਥੋਜਨ ਹੁੰਦਾ ਹੈ, ਠੀਕ ਹੈ ਜੀ, ਇਹਨੂੰ ਕਮਜ਼ੋਰ ਕਰਕੇ ਮਾਨਵ ਸਰੀਰ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਇਸ ਪ੍ਰੋਸੈਸ ਨੂੰ? ਇਮਿਊਨ ਕਰਨਾ, ਵੈਕਸੀਨੇਸ਼ਨ, ਅਟੈਨੂਏਸ਼ਨ ਜਾਂ ਨਨ ਆਫ ਦੀਜ਼। ਠੀਕ ਹੈ ਜੀ, ਜੋ ਪੈਥੋਜਨ ਨੂੰ ਕਮਜ਼ੋਰ ਕਰਕੇ ਮਾਨਵ ਸਰੀਰ ਵਿੱਚ ਪਾਇਆ ਜਾਂਦਾ ਹੈ ਉਸ ਪ੍ਰਕਿਰਿਆ ਨੂੰ ਵੈਕਸੀਨੇਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹਦਾ ਰਾਈਟ ਆਨਸਰ ਹੈ ਫਸਟ ਦਾ ਆਪਸ਼ਨ ਬੀ, ਵੈਕਸੀਨੇਸ਼ਨ। ਨੈਕਸਟ ਕੁਐਸਚਨ ਹੈ ਪ੍ਰੋਸੈਸ ਆਫ ਵੀਕਨਿੰਗ ਆਫ ਪੈਥੋਜਨਸ ਇਜ਼ ਕਾਲਡ। ਜਿਹੜੇ ਪੈਥੋਜਨ ਹੁੰਦੇ ਨੇ ਉਹਨਾਂ ਨੂੰ ਜਦੋਂ ਕਮਜ਼ੋਰ ਕੀਤਾ ਜਾਂਦਾ ਹੈ, ਪੈਥੋਜਨਸ ਨੂੰ ਉਹਨਾਂ ਨੂੰ ਕਮਜ਼ੋਰ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਪੈਥੋਜਨ ਨੂੰ ਕਮਜ਼ੋਰ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਪ੍ਰੋਸੈਸ ਆਫ ਵੀਕਨਿੰਗ ਦਾ ਪੈਥੋਜਨਸ ਇਜ਼ ਕਾਲਡ। ਪੈਥੋਜਨ ਜਿਹੜੇ ਨੇ ਉਹ ਮਾਨਵ ਸਰੀਰ ਦੇ ਵਿੱਚ ਇਨਸਰਟ ਕੀਤੇ ਜਾਂਦੇ ਨੇ ਸੋ ਦੈਟ ਹਿਊਮਨ ਬੋਡੀ ਦੇ ਅੰਦਰ ਤਾਕਤ ਆ ਜਾਵੇ ਰੋਗਾਂ ਨਾਲ ਲੜਨ ਦੀ। ਠੀਕ ਹੈ ਜੀ, ਅਤੇ ਕੁਐਸਚਨ ਵਿੱਚ ਕਹਿ ਰਿਹਾ ਪੈਥੋਜਨ ਨੂੰ ਕਮਜ਼ੋਰ ਕਰਨ ਦੀ ਪ੍ਰਕਿਰਿਆ ਨੂੰ ਵੈਕਸੀਨੇਸ਼ਨ ਕਿਹਾ ਜਾਂਦਾ ਹੈ। ਜਦੋਂ ਉਹਨਾਂ ਨੂੰ ਮਾਨਵ ਸਰੀਰ ਦੇ ਵਿੱਚ ਦਾਖਲ ਕੀਤਾ ਜਾਂਦਾ ਉਹਨੂੰ ਕਹਿੰਦੇ ਵੈਕਸੀਨੇਸ਼ਨ। ਥਰੂ ਵੈਕਸੀਨਸ ਦਿੱਤੇ ਜਾਂਦੇ ਨੇ। ਅਟੈਨੂਏਸ਼ਨ, ਇਮਿਊਨਾਈਜੇਸ਼ਨ, ਵਰਿਊਲੈਂਸ ਰਿਡਕਸ਼ਨ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੈ ਅਟੈਨੂਏਸ਼ਨ, ਆਪਸ਼ਨ ਬੀ ਅਟੈਨੂਏਸ਼ਨ। ਠੀਕ ਹੈ, ਅਟੈਨੂਏਸ਼ਨ ਕਿਆ ਹੈ? ਵੀਕਨਿੰਗ ਆਫ ਪੈਥੋਜਨਸ ਇਜ਼ ਕਾਲਡ ਅਟੈਨੂਏਸ਼ਨ। ਜਿਹੜੇ ਪੈਥੋਜਨਸ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਪ੍ਰਕਿਰਿਆ ਨੂੰ ਅਟੈਨੂਏਸ਼ਨ ਕਿਹਾ ਜਾਂਦਾ ਹੈ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਅਟੈਨੂਏਸ਼ਨ। ਦ ਸਮੌਲ ਪੌਕਸ ਵੈਕਸੀਨ ਵਾਜ਼ ਡਿਵੈਲਪਡ ਬਾਏ। ਕਿਹਨਾਂ ਦੁਆਰਾ ਸਮੌਲ ਪੌਕਸ ਵੈਕਸੀਨ ਦੀ ਵਿਕਸਿਤ ਕੀਤੀ ਗਈ ਸੀ? ਸਮੌਲ ਪੌਕਸ ਦੀ ਵੈਕਸੀਨ ਕਿਹਨਾਂ ਦੁਆਰਾ ਵਿਕਸਿਤ ਕੀਤੀ ਗਈ ਸੀ? ਲੂਇਸ ਪਾਸਚਰ, ਐਡਵਰਡ ਜੈਨਰ, ਕਾਰਲ ਲੈਂਡਸਟੀਨਰ, ਜੋਸੈਫ ਮਿਸਟਰ। ਜਿਹੜੀ ਸਮੌਲ ਪੌਕਸ ਦੀ ਵੈਕਸੀਨ ਹੈ ਉਹ ਆਪਸ਼ਨ ਬੀ ਐਡਵਰਡ ਜੈਨਰ ਦੁਆਰਾ ਵਿਕਸਿਤ ਕੀਤੀ ਗਈ ਸੀ। ਠੀਕ ਹੈ ਜੀ, ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸਮੌਲ ਪੌਕਸ ਨਾਲ ਰਿਲੇਟਡ ਕੁਐਸਚਨ ਕਿਹਨਾਂ ਦੁਆਰਾ ਵਿਕਸਿਤ ਕੀਤੀ ਗਈ ਸੀ? ਆਪਸ਼ਨ ਬੀ ਐਡਵਰਡ ਜੈਨਰ। ਸਮੌਲ ਪੌਕਸ ਵੈਕਸੀਨ ਇੰਟਰੋਡਿਊਸਡ ਬਾਏ ਐਡਵਰਡ ਜੈਨਰ ਇਨ 1796 ਵਾਜ਼ ਦਾ ਫਸਟ ਸਕਸੈਸਫੁਲ ਵੈਕਸੀਨ ਟੂ ਬੀ ਡਿਵੈਲਪ। ਪਹਿਲੀ ਇੱਦਾਂ ਦੀ ਵੈਕਸੀਨ ਜਿਹੜੀ ਸਕਸੈਸਫੁਲੀ ਡਿਵੈਲਪ ਹੋਈ ਸੀ 1796 ਵਿੱਚ ਐਡਵਰਡ ਜੈਨਰ ਦੁਆਰਾ ਵਿਕਸਿਤ ਕੀਤੀ ਗਈ ਸੀ, ਇੰਟਰੋਡਿਊਸ ਕੀਤੀ ਗਈ ਸੀ 1796। ਸਮੌਲ ਪੌਕਸ ਚੇਚਕ ਦਾ ਵਾਇਰਸ ਪਹਿਲੀ ਵਾਰ ਕਦੋਂ ਖਤਮ ਹੋਇਆ ਸੀ ਦੁਨੀਆ ਤੋਂ? ਠੀਕ ਹੈ, ਫਸਟ ਟਾਈਮ ਦੁਨੀਆ ਤੋਂ ਕਦੋਂ ਇਹਦਾ ਵਾਇਰਸ ਜੋ ਸੀਗਾ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਸੀ ਸਮੌਲ ਪੌਕਸ ਦਾ। ਠੀਕ ਹੈ, ਇਹਦੇ ਵਿੱਚ ਮੈਂ ਯੈਲੋ ਕਲਰ ਨਾਲ ਹਾਈਲਾਈਟ ਕੀਤਾ ਹੈ ਕਿ ਸਮੌਲ ਪੌਕਸ ਜੋ ਹੈ ਉਹ ਕਿਹੜੇ ਵਾਇਰਸ ਦੀ ਲਾਗ ਹੈ? ਇਹ ਹੁੰਦਾ ਹੈ ਵੈਰੀਓਲਾ ਵਾਇਰਸ ਦਾ ਇਨਫੈਕਸ਼ਨ ਹੈ। ਠੀਕ ਹੈ ਜੀ, ਵੈਰੀਓਲਾ ਵਾਇਰਸ। ਸਮੌਲ ਪੌਕਸ ਕਿਹਦੇ ਨਾਲ ਰਿਲੇਟਡ ਹੈ? ਵੈਰੀਓਲਾ ਵਾਇਰਸ ਦੇ ਨਾਲ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖੋ। ਇਹ ਦੁਨੀਆ ਤੋਂ ਕਦੋਂ ਖਤਮ ਹੋਇਆ ਸੀਗਾ ਸਮੌਲ ਪੌਕਸ ਦਾ ਜਿਹੜਾ ਵਾਇਰਸ ਹੈ? 1990, 1960, 1980 ਜਾਂ 1952। ਸਮੌਲ ਪੌਕਸ ਦਾ ਵਾਇਰਸ ਕਦੋਂ ਇਰੈਡੀਕੇਟ ਹੋਇਆ ਸੀ ਵਰਲਡ ਤੋਂ? ਇਹਦਾ ਰਾਈਟ ਆਨਸਰ ਹੈ ਇਨ 1980 ਦ ਵਰਲਡ ਹੈਲਥ ਅਸੈਂਬਲੀ ਡਿਕਲੇਅਰਡ ਸਮੌਲ ਪੌਕਸ ਇਰੈਡੀਕੇਟ ਐਲੀਮੀਨੇਟਡ। ਵਰਲਡ ਹੈਲਥ ਅਸੈਂਬਲੀ ਦੁਆਰਾ 1980 ਵਿੱਚ ਸਮੌਲ ਪੌਕਸ ਨੂੰ ਐਲੀਮੀਨੇਟਡ ਡਿਕਲੇਅਰ ਕਰ ਦਿੱਤਾ ਗਿਆ ਐਂਡ ਨੋ ਕੇਸਿਸ ਆਫ ਨੈਚੁਰਲੀ ਅਕਰਿੰਗ ਸਮੌਲ ਪੌਕਸ ਹੈਵ ਹੈਪਨਡ ਸਿੰਸ। ਅਤੇ ਉਸ ਤੋਂ ਬਾਅਦ ਇਹੋ ਜਿਹੇ ਕੇਸਿਸ ਨਹੀਂ ਹੋਏ ਆ ਸਮੌਲ ਪੌਕਸ ਦੇ। ਠੀਕ ਹੈ, ਅਤੇ ਵਰਲਡ ਹੈਲਥ ਅਸੈਂਬਲੀ ਦੁਆਰਾ 1980 ਵਿੱਚ ਇਹਨੂੰ ਡਿਕਲੇਅਰ ਕਰ ਦਿੱਤਾ ਗਿਆ ਕਿ ਇਹਨੂੰ ਐਲੀਮੀਨੇਟ ਕਰ ਦਿੱਤਾ ਗਿਆ ਹੈ। ਠੀਕ ਹੈ, ਹੋਰ ਅਸੀਂ ਸਮੌਲ ਪੌਕਸ ਬਾਰੇ ਪੜ੍ਹਿਆ
किहदा इन्फैक्शन है, वैरीओला वायरस का। कदों इरैਡੀकेट किया गया इनू दुनिया तो, वर्ल्ड हैल्थ असैंबली के अकॉर्डिंगली इनू 1980 दे विच इरैਡੀकेट किया गया, ऑप्शन सी। तो होर असी समॉल पॉक्स बारे की पढ़िया कि ये किन्ने इनू इन्वेंट किया सीगा, डिवेलप किन्ने किया सी, एडवर्ड जैनर ने 1796 दे विच, 1796। तो इधर गल आई 1980 दे विच डिक्लेयर किया कि समॉल पॉक्स नू इरैਡੀकेट कर दिता गया है। ਉਹ जीव जो एक जीव तो दूजे जीवाणु विच बीमारी लैके जाते हैं कहते हैं द ऑर्गेनिजम्स विच कैरीज अ डिसीज़ फ्रॉम वन ऑर्गेनिज्म टू अनदर। ਜਿਹੜੇ ऑर्गेनिज्म एक डिसीज़ ਨੂੰ एक ऑर्गेनिज्म तो दूजे तक लैके जाते हैं, ਉਹ जीव जो एक जीव तो दूजे जीवाणु विच बीमारी लैके जाते हैं उन्हां नूं की कहंदे आ। बीमारी नूं एक जीव तो दूजे जीवाणु तक लैके जाते आ, उन्हां ऑर्गेनिजम्स नूं उन्हां जीवां नूं की कहंदे आ, होस्ट, पैरासाइट, वैक्टर, नन ऑफ दीज। ਉਹ जीव जो एक जीव तो दूजे जीवाणु विच बीमारी लैके जाते उन्हां नूं आपां कहंदे आ, ऑप्शन सी वैक्टर। ठीक है, उन्हां नूं वैक्टर कहा जाता है। ठीक है जी, वैक्टर इज़ एन ऑर्गेनिज्म विच कैरीज अ डिसीज़ फ्रॉम वन ऑर्गेनिज्म टू अदर। वैक्टर अजिहा जीव है, जीवाणु है जिहड़ा एक ऑर्गेनिज्म तो दूजे तक डिसीज़ नूं बीमारी नूं लैके जाता है, वैक्टर। पैरासाइट की है, पैरासाइट इज़ एन ऑर्गेनिज्म विच लिव्स इन ऑर्डर इन और ऑन अदर ऑर्गेनिज्म टू ऑबटेन न्यूट्रीएंट्स फ्रॉम इट। पैरासाइट की है, इहो जिहा ऑर्गेनिज्म है जो किसी होर ऑर्गेनिज्म के अंदर रहिंदा है, किसी होर ऑर्गेनिज्म दे विच रहिंदा है तां जो उतों न्यूट्रीएंट्स प्राप्त कर सके, खाना मिल सके उन्होंने। ठीक है, पैरासाइट किसी होर ऑर्गेनिज्म दे विच रहिंदा है। होस्ट की है, होस्ट इज़ एन ऑर्गेनिज्म ऑन विच पैरासाइट लिव्स एंड ऑबटेन न्यूट्रीएंट्स। कहते पैरासाइट किसी होर ऑर्गेनिज्म दे विच रहिंदा है तो जिहदे विच रहिंदा उन्होंने की कहते हैं, होस्ट। ठीक है, यानी कि इदा मन के चलो एक होस्ट है, होस्ट दे विच पैरासाइट रह रहा है ताकि उन्होंने उधरों न्यूट्रीएंट्स मिल सकन। ठीक है जी, बाकी वैक्टर की है, डिसीज़ नूं एक जीवाणु तो दूजे जीवाणु तक लैके जा रहा है, वैक्टर। ओके, नैक्सट है क्रॉनिक डिसीज़। क्रॉनिक हुंदी है एक लंबी बीमारी, काफ़ी टाइम तो चल रही होवे, पुरानी बीमारी जिन्हों आपां कहंदे हां। ठीक है, पुरानी बीमारी किहड़ी है इन्हां विचों, हाइपरटेंशन, टाइफाइड, डायरिया, ब्लैक फीवर। ब्लैक फीवर थोड़े टाइम का इन्फैक्शन है, डायरिया दस्त होंदे ने बच्चों नूं ठीक हो जाते हैं, टाइफाइड भी हुंदा है, ठीक हो जाता है। पर जो हाइपरटेंशन है, तुसीं देखिया होना हाई बीपी की प्रॉब्लम तुहाडे मे बी कईयां दी फैमिली दे विच, वैसे तो चलो ना ही होवे बट कईयां दी फैमिलीज़ दे विच हुंदी है। तुसीं देखदे हो क्रॉनिक इलनेस है, लंबे समय तक चलदी, मतलब जिन्होंने एक बार लग गई वो दवाइयां दे पिछे ही लगा रहिंदा है। ठीक है जी, कदी बीपी वध गया, कदी बीपी घट गया, तो एक लंबी बीमारी है, मतलब ये क्रॉनिक डिसीज़ है। ठीक है जी, हाइपरटेंशन। हाइपरटेंशन और हाई ब्लड प्रेशर is chronic disease. Blood pressure is the pressure exerted by the blood on the walls of vessels. Normally किन्ना हुंदा 120 80 हुंदा है। हाइपरटेंशन इज़ डायग्नोस्ड व्हेन द ब्लड प्रेशर इज़ अबव 140 90 हो जाए, कहते फिर वो हाइपरटेंशन की प्रॉब्लम हो जाती है। इन्ना काफ़ी खतरनाक इंप्लीकेशनस हो सकदियां ने, हार्ट डिसीज़ हो सकती है, स्ट्रोक हो सकता है, डेथ भी हो सकती है। ठीक है जी, तो ठीक है, राइट आंसर किहड़ा हो गया इन्हां दे विचों, क्रॉनिक डिसीज़ किहड़ी है, हाइपर टेंशन। तो ये एक होर चीज़ है, एक होर बीमारी हुंदी है काला आजार जिन्हों कहते हैं, ये भी हो सकता है पेपर दे विच पुछ लैण। ठीक है, कि काला आजार का दूसरा नाम की है, काला आजार नूं ब्लैक फीवर भी कहा जाता है। ओके जी, द फस्ट वैक्सीन डिवेलप्ड बाय लुइस पास्चर वाज अगेंस्ट। एक लुइस पास्चर जिहड़े ने इन्हां दे द्वारा एक वैक्सीन, फस्ट वैक्सीन किहड़ी डिवेलप की गई सी, लुइस पास्चर द्वारा विकसित की गई पहली वैक्सीन किहड़ी सी। ठीक है, इन्हां दे द्वारा वैक्सीन विकसित की गई सब तो फस्ट वैक्सीन किहड़ी इन्हां ने विकसित की सी, लुइस पास्चर ने। पॉक्स वायरस, रैबिस वायरस, चिकन पॉक्स, नन ऑफ दीज। स्मॉल पॉक्स आप पढ़ के आए हैं कि इन्होंने की सी एडवर्ड जैनर ने। ठीक है, नीयर अबाउट 1798 दे विच कीती सीगी। ते लुइस पास्चर ने जिहड़ी फस्ट वैक्सीन डिवेलप की सी वो सी रैबिस वायरस की, रैबिस वायरस ये सी फस्ट वैक्सीन लुइस पास्चर द्वारा डिवेलप की गई, रैबिस वायरस। ठीक है, ये राइट आंसर है ऑप्शन बी, रैबिस वायरस बाय लुइस पास्चर।
नेक्स्ट क्वेश्चन है इंटीग्रेटेड चाइल्ड प्रोटेक्शन स्कीम वाज स्टार्टेड इन। इंटीग्रेटेड चाइल्ड प्रोटेक्शन स्कीम ICPS की फुल फॉर्म पूछी जा सकती है। ICPS की फुल फॉर्म की है? यह है इंटीग्रेटेड चाइल्ड प्रोटेक्शन स्कीम। इनू कदों स्टार्ट किया गया सी? 2012-13, 9-10, 2000-2001। इंटीग्रेटेड चाइल्ड प्रोटेक्शन स्कीम वाज लॉन्च्ड इन द ईयर 2009 तो 10। ठीक है जी, राइट आंसर है ऑप्शन बी 2009 तो 10 ਦੇ ਵਿਚਕਾਰ ਇਹਨੂੰ ਸਟਾਰਟ ਕੀਤਾ ਗਿਆ ਸੀ। ਐਂਡ ਇਜ਼ ਡੈਡੀਕੇਟਡ ਟੂ ਚਿਲਡਰਨ ਨੂੰ ਡੈਡੀਕੇਟ ਕੀਤੀ ਗਈ ਸੀ। ਫੰਡਡ ਬਾय द ਸੈਂਟਰਲ ਗਵਰਨਮੈਂਟ ਇਹਨੂੰ ਫੰਡ ਕਰਦੀ ਹੈ। ਚਿਲਡਰਨ ਇਨ ਨੀਡ ਆਫ ਕੇਅਰ ਪ੍ਰੋਟੈਕਸ਼ਨ ਐਂਡ ਚਿਲਡਰਨ ਇਨ ਕॉन्फ्लिक्ट। ठीक है, जो चीज़ याद रखने वाली है इस स्कीम ਨੂੰ कदों स्टार्ट किया गया ਸੀਗਾ 2009-2010 ਦੇ ਵਿੱਚ। ਤੇ ਇਹਨੂੰ ਫੰਡਿੰਗ ਕੌਣ ਕਰਦੀ ਹੈ? ਸੈਂਟਰਲ ਗਵਰਨਮੈਂਟ। ਇੰਟੀਗ੍ਰੇਟਡ ਚਾਈਲਡ ਪ੍ਰੋਟੈਕਸ਼ਨ ਸਕੀਮ। नेक्स्ट क्वेश्चन है पेलाग्रा इज़ कॉज्ड बाय द डेफिशिएंसी ऑफ। जो पेलाग्रा है वो कादी कमी के कारण हुंदा है? थियामिन, एस्कॉर्बिक एसिड, नियासिन, नन ऑफ अबव। पेलाग्रा इज़ कॉज्ड बाय द डेफिशिएंसी ऑफ थियामाइन, एस्कॉर्बिक एसिड, नियासिन, नन ऑफ अबव। पेलाग्रा कादी कमी के कारण हुंदा है? ठीक है जी, ये भी क्वेश्चन काफ़ी बार रिपीट होंदा है तो काफ़ी इंपॉर्टेंट है। नियासिन की कमी के कारण होंदा है पेलाग्रा। कादी कमी के कारण होंदा है? नियासिन की कमी के कारण। नियासिन इहदा राइट आंसर है। पेलाग्रा इज़ कॉज्ड बाय हैविंग टू लिटल नियासिन और ट्राइटोफैन इन द डाइट। इट कैन ऑल्सो अकर इफ द बॉडी फेल्स टू ऑब्जर्व दीज न्यूट्रीएंट्स। ठीक है, जे घट मात्रा च तुसीं नियासिन लैंदे हो और ट्राईपटोफैन लेंदे हो उहदे कारण यह पेलाग्रा की डिसीज़ हो सकती है। राइट आंसर की हो गया? पेलाग्रा इज़ कॉज्ड बाय डेफिशिएंसी ऑफ नियासिन। डेफिशिएंसी ऑफ थाईमाइन कॉजेज। जे थाईमाइन की कमी हो जाती है उहदे नाल की हो सकता है? डेफिशिएंसी ऑफ थाईमाइन कॉजेज। थाईमाइन की घाट कारण की हो सकता? स्कर्वी, पेलाग्रा, बेरीबेरी, नन ऑफ अबव। थाईमाइन की घाट कारण बेरीबेरी की प्रॉब्लम हो सकती है। ठीक है जी, बेरीबेरी की प्रॉब्लम एक इंपॉर्टेंट क्वेश्चन है कि डिसीज़ के नाल रिलेटेड। तो कादी कमी के कारण बेरीबेरी रोग हो सकता है? जेकर थाईमाइन की कमी हो जाए। थाईमाइन के नाल बेरीबेरी रिलेटेड है। ड्राई बेरीबेरी अकर्स वैन द CNS इज़ इन्वॉल्वड। थाईमाइन कादे नाल रिलेटेड है? बेरीबेरी दे नाल। नैक्सट क्वेश्चन है, इस तो बाद आपां कुछ एक फुल फॉर्म्स कर रहे हैं। ठीक है जी, फॉर्म्स पढ़ लेंदे हैं। BCG की फुल फॉर्म की है? BCG की फुल फॉर्म है बैकाइलस कालमेट ग्यूरिन। बैकिलस कालमेट ग्यूरिन BCG की फुल फॉर्म है। OPV की फुल फॉर्म है ओरल पोलियो वायरस वैक्सीन। ठीक है, ओरल पोलियो वायरस वैक्सीन। नेक्स्ट है DTWP डिप्थीरिया टेटनस होल सेल पर्टूसिस। डिप्थीरिया टेटनस होल सेल पर्टूसिस। DT की है? डिप्थीरिया एंड टेटनस टॉक्सॉइड्स। TT है टेटनस टॉक्साइड। HEPB हेपेटाइटिस B वैक्सीन। MMR है मीसल्स मम्स रूबेला वैक्सीन। HIV की है हीमोफिलस इन्फ्लुएंजा टाइप B वैक्सीन। HIV की है हीमोफिलस इन्फ्लुएंजा टाइप B। IPV है IPV इनएक्टिवेटेड पोलियो वैक्सीन। इनएक्टिवेटेड पोलियो वायरस वैक्सीन। TD की है टेटनस रिड्यूस्ड डोज डिप्थीरिया टॉक्साइड। टेटनस रिड्यूस्ड डोज डिप्थीरिया टॉक्साइड। HPV की है ह्यूमन पैपिलोमा वायरस वैक्सीन। ह्यूमन पैपिलोमा वायरस वैक्सीन। PCV न्यूमोकोकल कंजंगेट वैक्सीन। ठीक है जी। TDAP टेटनस एंड डिप्थीरिया टॉक्सॉइड्स एंड सेल्युलर पर्टोसिस वैक्सीन।
tetanus and diphtheria toxoids and cellular pertussis vaccine। ठीक है, एक बार फिर दोबारा पढ़ लेंगे इन्हों। BCG की है बैकिलस कालमेट ग्यूरिन। OPV oral poliovirus vaccine। DTWP diphtheria tetanus whole cell pertussis। DT diphtheria and tetanus toxoid। TT tetanus toxoid। HPV hepatitis B vaccine। MMR measles mumps and rubella। HIV Haemophilus influenzae type B। IPV inactivated poliovirus vaccine। TD tetanus reduced dose diphtheria toxoid। HPV human papilloma virus vaccine। PCV pneumococcal conjugate vaccine। TDAP tetanus and diphtheria toxoid and cellular pertussis vaccine। ठीक है जी, ये कुछ एक फुल फॉर्म्स ने जिन्नियां भी मतलब वैक्सीनस वगैरह के नाल रिलेटेड कुछ एक ये फुल फॉर्म्स ने, इन्हों याद कर लियो। अगे है पेंटावेलेंट वैक्सीन। पेंटावेलेंट वैक्सीन इज़ अ कंबीनेशन ऑफ DPT, मतलब एक इहो जी वैक्सीन है जो कि 5 बीमारियों के लिए इकट्ठे लगती है। ठीक है, तो ये आप पढ़ांगे किहड़ियां बीमारियों वास्ते पेंटावेलेंट वैक्सीन जो है वो लगाई जाती है। पेंटावेलेंट वैक्सीन इज़ अ कंबीनेशन ऑफ DPT, मतलब डिप्थीरिया पर्टूसिस टैटनस जेड़े वास्ते। ठीक है, ओदा कंबीनेशन है डिप्थीरिया पर्टूसिस एंड टैटनस का, इनकलूडिंग हैपेटाइटिस B प्लस ये हैपेटाइटिस B है। ठीक है, हैपेटाइटिस B ते हिब वैक्सीनस। HIV जो है HIV वैक्सीन भी ये हीमोफिलस टाइप B वैक्सीन तो हैपेटाइटिस B भी ये इनकलूड किया गया है। 5 हो गए, एक हो गया डिप्थीरिया पर्टूसिस हो गया, ठीक है, टैटनस हो गया, 3 हो गए, चौथा हो गया हैपेटाइटिस B, 5वां हो गया HIV वैक्सीन। इन्हां सारियां दा कॉम्बीनेशन है। बस मेन चीज़ यही याद रखने वाली है कि किहड़ियां 5 बीमारियां लई ये वैक्सीन बनाई गई है। DPT तुहानूं पता ही है, डिप्थीरिया पर्टूसिस टैटनस। 2 होर किहड़े ऐड ने, हैपेटाइटिस B एंड HIV। DPT and hepatitis B vaccine already part of the immunization program. They are being replaced by pentavalent vaccine in a phased manner in country। कहते हुण कंट्री दे विच जिहड़ी हैगी पेंटावेलेंट वैक्सीन नूं रीप्लेस किया जा रहा वा। ओके जी, बस ये पढ़न जोगा यही है। 5 वैक्सीनस का यह कंबीनेशन है पेंटावेलेंट वैक्सीन। ओके जी, इस तो बाद नैक्सट है नैशनल इम्यूनाइजेशन स्कैड्यूल। हुण जिहड़ा नैशनल इम्यूनाइजेशन स्कैड्यूल है ये अकॉर्डिंगली मैं तुहानूं दसूँगी कि जड़ियाँ किहड़ियां बीमारियां नूं कदों कदों टीका लगाया जाता है। ठीक है जी, ये जो मैं तुहानूं दसूँगी यह किहदे अकॉर्डिंगली मैं दस रही हाँ, नैशनल इम्यूनाइजेशन स्कैड्यूल के अकॉर्डिंगली। तो मैं उन्होंने साइट तो जाके ये डाटा लिया वा। हो सकता है कि वर्ल्ड हैल्थ ऑर्गेनाइजेशन का इस तो वक् होवे, मतलब वो कह रहे हुण किसी अलग टाइम के टीका लगाया जाता है। ठीक है, होर डिफरेंट साइट्स वाले जो है डिफरेंट दस रहे हैं। ओके जी, मैं किधरों डाटा लिया है, नैशनल इम्यूनाइजेशन स्कैड्यूल तो मैं ये अकॉर्डिंगली दस रही हाँ कि कदों कदों किहड़ा टीका लगना चाहिए है। ठीक है, बाकी जो तुसी WHO के अकॉर्डिंगली देखोगे तो मे बी वो अकॉर्डिंगली अलग होवे, होर किसी के अकॉर्डिंगली देख रहे हैं वो अकॉर्डिंगली अलग होवे। ठीक है जी, मैं नैशनल इम्यूनाइजेशन स्कैड्यूल के अकॉर्डिंगली दस रही हाँ। प्रैगनेंट वूमन नूं किहड़ा टीका लगना चाहिए आ। कहते अर्ली प्रैगनेंसी दे विच टैटनस एंड एडल्ट डिप्थीरिया का टीका लगना चाहिए है, TD1। ठीक है, इनू की कहा जाता है, TD1 टीका अर्ली प्रैगनेंसी दे विच लगना चाहिए है। उस तो बाद TD2 एक टीका है टैटनस एंड एडल्ट डिप्थीरिया, ये भी टैटनस एंड एडल्ट डिप्थीरिया का टीका है 4 वीक्स आफ्टर फर्स्ट डोज ऑफ TD। जो पहली टीका लग गया उस तो 4 हफ्ते बाद, मतलब महीने बाद तुहानूं TD का दूसरा टीका लगूगा। ठीक है जी, बाकी लगना किधर है, अपर आर्म दे विच, इस साइड दे विच लिखा हुआ है। 3rd है टैटनस एंड एडल्ट डिप्थीरिया बूस्टर। ठीक है, जिदा कोरोना का बूस्टर आ गया उदा ही इन्हों बूस्टर हैगा आ, इहदा बूस्टर इफ रिसीव्ड सैकेंड TD डोजिज इन अ प्रैगनेंसी विद इन द लास्ट 3 ईयर्स। ठीक है जी, ये भी दसिया जा रहा है कि जी प्रैगनेंट वूमन ने उन्होंने 3 टीके लगते हैं। ठीक है, ये 3 हो गए, TD1 TD2 TD बूस्टर, टैटनस एंड एडल्ट डिप्थीरिया है। ठीक है जी, हाँ ये कित्थे लगता है, अपर आर्म दे विच। ठीक है जी,
उस तो बाद फॉर इन्फेंट्स ਜਿਹੜੇ ਬੇਬੀ ਨੇ ਉਹਨਾਂ ਨੂੰ ਕਿਹੜੇ ਟੀਕਾ ਲਗਾਏ ਜਾਂਦੇ ਨੇ ਨੈਸ਼ਨਲ ਇਮਿਊਨਾਈਜੇਸ਼ਨ ਸਕੈਡਿਊਲ ਦੇ ਅਕੋਰਡਿੰਗਲੀ। ਸਭ ਤੋਂ ਪਹਿਲੇ ਕਹਿੰਦੇ BCG ਦਾ ਟੀਕਾ ਲੱਗਦਾ ਹੈ ਬੈਕਿਲਸ ਕਾਲਮੇਟ ਕਿਊਰਿਨ, ਠੀਕ ਹੈ, ਐਟ ਬਰਥ ਔਰ ਐਜ਼ अर्ਲੀ ਐਜ਼ ਪੋਸੀਬਲ ਟਿਲ 1 ਈਅਰ ਆਫ ਏਜ। ਕਹਿੰਦੇ ਇਹਨੂੰ 1 ਸਾਲ ਤੱਕ ਲਗਾਇਆ ਜਾ ਸਕਦਾ ਹੈ ਪਰ ਐਟ ਬਰਥ ਐਜ਼ अर्ਲੀ ਐਜ਼ ਪੋਸੀਬਲ, ਜਿੰਨਾ ਜਲਦੀ ਹੋ ਸਕੇ ਜਨਮ ਤੋਂ ਬਾਅਦ ਉਨੇ ਜਲਦੀ ਲਗਾਉਣਾ ਚਾਹੀਦਾ ਹੈ BCG ਦਾ ਟੀਕਾ, ਠੀਕ ਹੈ। ਲੈਫਟ ਅਪਰ ਆਰਮ ਦੇ ਵਿੱਚ ਲੱਗਦਾ ਆ। ਫਿਰ ਕਹਿੰਦੇ ਹੈਪੇਟਾਈਟਸ B ਜਿਹਨੂੰ ਬਰਥ ਡੋਜ਼ ਵੀ ਕਿਹਾ ਜਾਂਦਾ ਆ, ਠੀਕ ਹੈ, ਐਟ ਬਰਥ ਔਰ ਐਜ਼ अर्ਲੀ ਐਜ਼ ਪੋਸੀਬਲ ਵਿਦਿਨ 24 ਆਵਰਸ। ਕਹਿੰਦੇ ਆ ਵਿਦਿਨ 24 ਆਵਰਸ ਹੀ ਲਗਾਉਣਾ ਹੁੰਦਾ ਹੈ ਹੈਪੇਟਾਈਟਸ B ਦਾ ਟੀਕਾ, ਠੀਕ ਹੈ ਜੀ। BCG ਦਾ ਵੀ ਨੀਅਰ ਬਰਥ ਦੇ ਨੀਅਰ, ਹੈਪੇਟਾਈਟਸ B ਦਾ ਵੀ ਬਰਥ ਦੇ ਨੀਅਰ ਲਗਾਉਣਾ ਚਾਹੀਦਾ ਹੈ। ਓਰਲ ਪੋਲੀਓ ਵੈਕਸੀਨ ਜਿਹੜੀ ਹੈ ਕਿ ਇਹਦੀ ਓਰਲ ਡੋਜ਼ ਦਿੱਤੀ ਜਾਂਦੀ ਹੈ 0। ਓਰਲ ਪੋਲੀਓ ਵੈਕਸੀਨ 0 ਡੋਜ਼ ਕਦੋਂ ਦਿੱਤੀ ਜਾਂਦੀ ਹੈ ਐਟ ਬਰਥ ਔਰ ਐਜ਼ अर्ਲੀ ਐਜ਼ ਪੋਸੀਬਲ ਵਿਦਿਨ ਫਸਟ, ਪਹਿਲੇ 15 ਦਿਨਾਂ ਦੇ ਵਿੱਚ ਕਹਿੰਦੇ ਇਹਨੂੰ ਦੇਣਾ ਹੀ ਦੇਣਾ ਹੈ ਓਰਲ ਡੋਜ਼ ਨੂੰ, ਠੀਕ ਹੈ ਜੀ। ਓਰਲ ਪੋਲੀਓ ਵੈਕਸੀਨ ਦੀ 0 ਜਿਹੜੀ ਡੋਜ਼ ਹੈ। ਉਸ ਤੋਂ ਬਾਅਦ ਓਰਲ ਪੋਲੀਓ ਵੈਕਸੀਨ ਫਸਟ, ਸੈਕਿੰਡ ਅਤੇ ਥਰਡ ਡੋਜ਼ਿਸ ਕਦੋਂ ਦੇਣੀਆਂ ਨੇ 6 ਹਫ਼ਤੇ ਦੇ ਵਿੱਚ, 10 ਹਫ਼ਤੇ ਦੇ ਵਿੱਚ ਅਤੇ 14 ਹਫ਼ਤੇ ਦੇ ਵਿੱਚ, ਠੀਕ ਹੈ। ਪਹਿਲੇ 5 ਸਾਲਾਂ ਤੱਕ ਦੇ ਸਕਦੇ ਹੋ, ਇਹਦੀ ਵੀ ਓਰਲ ਡੋਜ਼ ਹੈ 6ਵੇਂ ਹਫ਼ਤੇ, 10ਵੇਂ ਹਫ਼ਤੇ ਅਤੇ 14ਵੇਂ ਹਫ਼ਤੇ ਦੇ ਵਿੱਚ। ਉਸ ਤੋਂ ਬਾਅਦ ਕਹਿ ਰਿਹਾ ਇਨਐਕਟੀਵੇਟਡ ਪੋਲੀਓ ਵੈਕਸੀਨ ਜਿਹੜੀ ਰਾਈਟ ਅਪਰ ਆਰਮ ਦੇ ਵਿੱਚ ਲੱਗਦੀ ਹੈ ਉਹ 6ਵੇਂ ਹਫ਼ਤੇ, 2 ਡੋਜ਼ਿਸ ਨੇ ਫਸਟ ਅਤੇ ਸੈਕਿੰਡ, ਠੀਕ ਹੈ। ਪਹਿਲੀ 6 ਹਫ਼ਤੇ ਦੇ ਵਿੱਚ ਦੇਣੀ ਹੈ, ਦੂਸਰੀ 14 ਹਫ਼ਤੇ ਦੇ ਵਿੱਚ ਦੇਣੀ ਹੈ। ਫਿਰ ਪੈਂਟਾਵੈਲੈਂਟ ਵੈਕਸੀਨ ਹੈ ਜਿਹੜੀ ਕਿ 5 ਬਿਮਾਰੀਆਂ ਆਪਾਂ ਪੜ੍ਹ ਕੇ ਆਏ ਸੀ, ਡਿਪਥੀਰੀਆ, ਪਰਟੂਸਿਸ, ਟੈਟਨਸ, ਹੈਪੇਟਾਈਟਸ B, HIV। ਇਹ ਕਦੋਂ ਦੇਣੀਆਂ ਨੇ ਫਸਟ, ਸੈਕਿੰਡ ਐਂਡ ਥਰਡ, 6 ਹਫ਼ਤੇ ਦੇ ਵਿੱਚ, 10 ਹਫ਼ਤੇ ਦੇ ਵਿੱਚ ਅਤੇ 14 ਹਫ਼ਤੇ ਦੇ ਵਿੱਚ ਦੇਣੀਆਂ ਨੇ, ਠੀਕ ਹੈ। ਮੇਨ ਇਹਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ BCG ਯਾਦ ਕਰ ਲਓ, ਐਟ ਬਰਥ ਦੇਣੀ ਹੈ ਜਿੰਨੀ ਜਲਦੀ ਹੋ ਸਕੇ 1 ਸਾਲ ਦੇ ਵਿੱਚ। ਹੈਪੇਟਾਈਟਸ B ਜੋ ਹੈ 24 ਘੰਟੇ ਦੇ ਵਿੱਚ ਦੇਣੀ ਹੈ ਅਤੇ ਜਿਹੜਾ ਓਰਲ ਪੋਲੀਓ ਵੈਕਸੀਨ 0 ਡੋਜ਼ ਜਿਹੜੀ ਹੈ ਉਹ 15 ਦਿਨਾਂ ਦੇ ਵਿੱਚ ਦੇਣੀ ਹੈ। ਉਸ ਤੋਂ ਬਾਅਦ ਓਰਲ ਪੋਲੀਓ ਵੈਕਸੀਨ ਦੀ ਫਸਟ, ਸੈਕਿੰਡ ਐਂਡ 3 ਡੋਜ਼ 6, 10 ਅਤੇ 14 ਹਫ਼ਤੇ ਦੇ ਵਿੱਚ ਦੇਣੀ ਹੈ, ਠੀਕ ਹੈ। ਮੇਨ ਰੋਟਾ ਵਾਇਰਸ ਕਦੋਂ ਦੇਣੀ ਕਹਿੰਦੇ ਰੋਟਾ ਵਾਇਰਸ ਵੀ ਓਰਲ ਦਿੱਤੀ ਜਾਂਦੀ ਹੈ, ਵੀ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ ਕਿ ਰੋਟਾ ਵਾਇਰਸ ਕਿੱਦਾਂ ਦਿੱਤੀ ਜਾਂਦੀ ਹੈ, ਠੀਕ ਹੈ। ਇਹਦੀ ਓਰਲ ਡੋਜ਼ ਹੈ ਰੋਟਾ ਵਾਇਰਸ ਵੈਕਸੀਨ ਦੀ ਫਸਟ, ਸੈਕਿੰਡ ਅਤੇ ਥਰਡ ਡੋਜ਼ 6 ਹਫ਼ਤੇ ਦੇ ਵਿੱਚ, 10 ਹਫ਼ਤੇ ਦੇ ਵਿੱਚ ਅਤੇ 14 ਹਫ਼ਤੇ ਦੇ ਵਿੱਚ ਦਿੱਤੀ ਜਾਂਦੀ ਹੈ। 1 ਸਾਲ ਤੱਕ ਦਿੱਤੀ ਜਾ ਸਕਦੀ ਹੈ, ਮਤਲਬ ਮਿਨੀਮਮ ਇਹਨਾਂ ਨੇ ਕਿਹਾ ਤੱਕ ਦੋ, ਤੁਸੀਂ ਜ਼ਿਆਦਾ ਤੋਂ ਜ਼ਿਆਦਾ 1 ਸਾਲ ਤੱਕ ਵੀ ਦੇ ਸਕਦੇ ਆ, ਠੀਕ ਹੈ। ਇਹਨਾਂ ਨੇ ਇੱਧਰ ਸਾਈਡ ਦੇ ਵਿੱਚ ਲਿਖ ਦਿੱਤਾ ਨਾ ਕਿ ਕਿੰਨੇ ਟਾਈਮ ਤੱਕ ਤੁਸੀਂ ਵੱਧ ਤੋਂ ਵੱਧ ਦੇ ਸਕਦੇ ਤਾਂ ਕਿ ਓਰਲ ਪੋਲੀਓ ਵੈਕਸੀਨ 5 ਸਾਲ ਤੱਕ ਕਹਿੰਦੇ ਤੁਸੀਂ ਦੇ ਸਕਦੇ ਆ। ਇੱਦਾਂ ਹੀ ਜਿਹੜੀ IPV ਸੀ ਉਹ ਕਹਿੰਦੇ ਤੁਸੀਂ 1 ਸਾਲ ਤੱਕ ਦੇ ਸਕਦੇ ਆ, ਓਕੇ ਜੀ ਹੈ, ਠੀਕ ਹੈ। ਮਤਲਬ ਇਹਨਾਂ ਦਾ ਤਾਂ ਕੋਈ ਪੜ੍ਹਨ ਦਾ ਮੀਨਿੰਗ ਹੀ ਨਹੀਂ ਕਿਉਂਕਿ ਇਹਨਾਂ ਨੇ ਪਹਿਲਾਂ ਕਹਿਤਾ ਇੰਨੇ, ਜਦੋਂ ਫਿਰ ਕਹਿੰਦੇ 1 ਸਾਲ ਤੱਕ ਦੇ ਸਕਦੇ ਆ, 5 ਸਾਲ ਤੱਕ ਦੇ ਸਕਦੇ ਆ। ਅਤੇ ਜਿੱਧਰ ਵੀ ਤੁਸੀਂ ਸਾਈਟਸ ਦੇ ਵਿੱਚ ਪੜ੍ਹ ਰਹੇ ਹੋ ਕਿੱਧਰ ਤੁਹਾਨੂੰ ਪ੍ਰੋਪਰ ਡਾਟਾ ਨਹੀਂ ਮਿਲੂਗਾ, ਕੋਈ ਕੁਛ ਦੱਸ ਰਿਹਾ ਹੈ, ਕੋਈ ਕੁਛ ਦੱਸ ਰਿਹਾ ਹੈ, ਠੀਕ ਹੈ ਜੀ। ਅਤੇ ਬਾਕੀ ਵਿਟਾਮਿਨ A ਦੀ ਜਿਹੜੀ ਡੋਜ਼ ਹੈ, ਲੇਕਿਨ ਹਾਂ ਇਹ ਯਾਦ ਕਰ ਲਓ ਕਿ ਰੋਟਾ ਵਾਇਰਸ ਵੈਕਸੀਨ ਓਰਲ ਹੈ, ਠੀਕ ਹੈ ਜੀ, ਓਰਲ ਡੋਜ਼ ਹੈ ਇਹਦੀ। ਵਿਟਾਮਿਨ A ਦੀ ਜਿਹੜੀ ਫਸਟ ਡੋਜ਼ ਹੈ ਇਹ ਵੀ ਕੀ ਹੈ ਓਰਲ ਹੈ, ਠੀਕ ਹੈ। ਕਦੋਂ ਦਿੱਤੀ ਜਾਂਦੀ ਹੈ ਐਟ 9 ਕੰਪਲੀਟਡ ਮੰਥਸ, ਜੋ 9 ਮਹੀਨੇ ਹੋ ਜਾਂਦੇ ਉਸ ਤੋਂ ਬਾਅਦ 5 ਸਾਲ ਤੱਕ ਦਿੱਤੀ ਜਾ ਸਕਦੀ ਹੈ, ਠੀਕ ਹੈ। ਵਿਟਾਮਿਨ A ਦੀ ਫਸਟ ਡੋਜ਼ ਜੋ 9 ਮੰਥ ਕੰਪਲੀਟ ਹੋ ਜਾਂਦੇ ਆ ਉਦੋਂ ਜੀ। ਜੈਪਨੀਜ਼ ਇਨਸੈਫੇਲਾਈਟਿਸ ਫਸਟ ਡੋਜ਼ ਐਟ 9 ਮੰਥ ਕੰਪਲੀਟਡ ਟੂ 12 ਮੰਥਸ, 15 ਸਾਲ ਦੀ ਉਮਰ ਤੱਕ ਜੈਪਨੀਜ਼, ਠੀਕ ਹੈ। ਵਿਟਾਮਿਨ A ਦੀ ਡੋਜ਼ ਜੋ ਹੈ ਉਹ ਓਰਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਮੋਸਟ ਵਾਈਡਲੀ ਯੂਜ਼ਡ ਵੈਕਸੀਨਸ ਫॉर ਕੋਲੇਰਾ ਐਂਡ ਟਾਈਫਾਈਡ ਆਰ ਦ ਕਿਲਡ ਟਾਈਪ ਆਫ ਵੈਕਸੀਨਸ, ਵਟ ਈਅਰ ਵਾਜ਼ ਦ ਵੈਕਸੀਨ ਅਵੇਲੇਬਲ ਟੂ ਪਬਲਿਕ। ਕਹਿੰਦੇ ਜਿਹੜੇ ਵੈਕਸੀਨਸ ਨੇ ਕੋਲੇਰਾ ਦੀ ਹੋ ਗਈ ਅਤੇ ਟਾਈਫਾਈਡ ਦੀ ਕਿਲਡ ਟਾਈਪ ਆਫ ਵੈਕਸੀਨਸ ਨੇ, ਮਤਲਬ ਇਹਦੇ ਵਿੱਚ ਪੈਥੋਜਨ ਹੈ ਉਹ ਕਿਲ ਕਰਕੇ ਪਾਇਆ ਜਾਂਦਾ, ਠੀਕ ਹੈ। ਕਿਹੜੇ ਸਾਲ ਇਹ ਜਿਹੜੀਆਂ ਵੈਕਸੀਨ ਸੀ ਅਵੇਲੇਬਲ ਹੋ ਗਈਆਂ ਸੀ ਲੋਕਾਂ ਨੂੰ 1890 ਦੇ ਦਸ਼ਕ ਦੇ ਵਿੱਚ, 1950 ਦੇ ਦਸ਼ਕ 'ਚ, 1920 ਦੇ ਦਸ਼ਕ 'ਚ ਜਾਂ 1850 ਦੇ ਦਸ਼ਕ 'ਚ। 1890s ਦੇ ਵਿੱਚ ਅਵੇਲੇਬਲ ਹੋਈਆਂ ਸੀ ਇਨ 1892, ਠੀਕ ਹੈ ਜੀ। 1892 ਦੇ ਵਿੱਚ ਬੋਲ ਰਿਹਾ ਯਾਨੀ ਕਿ 1890 ਦੇ ਦਸ਼ਕ ਦੇ ਵਿੱਚ, ਠੀਕ ਹੈ ਜੀ। 1890s ਦੇ ਵਿੱਚ ਇਹ ਜਿਹੜੀਆਂ ਵੈਕਸੀਨ ਸੀ ਕੋਲੇਰਾ ਦੀ ਅਤੇ ਟਾਈਫਾਈਡ ਦੀ ਅਵੇਲੇਬਲ ਹੋ ਗਈਆਂ ਸੀਗੀਆਂ 1890, ਬਹੁਤ ਪੁਰਾਣੀ ਗੱਲ ਹੈ,
ओके नेक्स्ट है BCG वैक्सीन यूज्ड फॉर द प्रिवेंशन ऑफ ट्यूबरक्लोसिस इज डिराइव्ड फ्रॉम विच ऑफ द फॉलोइंग माइक्रो ऑर्गेनिज्म। ਜਿਹੜੀ BCG ਵੈਕਸੀਨ ਹੈ ਇਹ ਕਾਹਦੇ ਲਈ ਵਰਤੀ ਜਾਂਦੀ ਹੈ? ਟਿਊਬਰਕਲੋਸਿਸ ਦੇ ਵਿੱਚ ਆਪਾਂ ਹਜੇ ਪੜ੍ਹ ਕੇ ਆਏ ਹਾਂ ਕਿ ਜਨਮ ਦੇ ਵੇਲੇ ਬੱਚਿਆਂ ਨੂੰ ਇਹ ਵੈਕਸੀਨ ਦੇਣੀ ਚਾਹੀਦੀ ਹੈ, ਠੀਕ ਹੈ। ਅਤੇ ਇਹ ਜਿਹੜਾ ਹੈ ਕਿਹੜੇ ਮਾਈਕਰੋ ਆਰਗੇਨਿਜ਼ਮ ਤੋਂ ਡਰਾਈਵ ਕੀਤਾ ਗਿਆ ਹੈ? ਇਹਦੇ ਆਪਸ਼ਨਸ ਨੇ ਬੋਰਡੇਟੇਲਾ ਪਰਟੂਸਿਸ, ਬੈਕਿਲਸ ਸਬਟਿਲਿਸ, ਮਾਈਕੋਬੈਕਟੀਰੀਅਮ ਬੋविस या फिर अगला ऑप्शन डी। तो राइट आंसर है ऑप्शन सी माइकोबैक्टीरियम बोविस। ये तुसी याद रखना है, ठीक है। हो सकता है एग्जाम दे विच पुछ लैन माइकोबैक्टीरियम बोविस, क्योंकि बच्चे कन्फ्यूज़ किधर हो गए, उन्होंने कहना BCG बी तो नाल बैकिलस जो है मैच करता है, उन्होंने ऑप्शन बी नूं लगा देना। पर यदा राइट आंसर है ऑप्शन सी। ਜਿਹੜੀ BCG वैक्सीन है ਜਿਹੜੀ कि ट्यूबरक्लोसिस ਦੇ प्रिवेंशन ਲਈ यूज़ की जाती है ਕਿਹੜੇ माइक्रो ऑर्गेनिज्म तो ਲਈ गई है? ਉਹਦਾ माइक्रो ऑर्गेनिज्म है माइकोबैक्टीरियम बोविस, ठीक है। राइट आंसर है माइकोबैक्टीरियम बोविस। BCG वैक्सीन इज़ डिराइव्ड फ्रॉम M bovis। More than 55 species of environmental mycobacteria are known, half of which may cause disease in humans। ਨੈਕਸਟ ਹੈ ਫਸਟ ਸਾਇੰਟੀਫਿਕਲੀ ਅਪਰੂਵਡ ਵੈਕਸੀਨ। ਇਹਦੇ ਵਿੱਚ ਬੱਚਿਆਂ ਨੇ ਕਨਫਿਊਜ਼ ਹੋ ਜਾਣਾ ਕਿ ਫਸਟ ਸਾਇੰਟੀਫਿਕਲੀ ਅਪਰੂਵਡ ਆ ਗਿਆ, ਹੁਣ ਫਸਟ ਸਾਇੰਟੀਫਿਕਲੀ ਅਪਰੂਵਡ ਵੈਕਸੀਨ ਕਿਹੜੀ ਸੀ? ਓਰਲ ਪੋਲੀਓ ਵੈਕਸੀਨ, ਸਮੋਲ ਪੌਕਸ, MMR ਕਿ ਟੈਟਨਸ। ਤਾਂ ਇਹਦਾ ਰਾਈਟ ਆਂਸਰ ਜੋ ਤੁਸੀਂ ਸੋਚ ਰਹੇ ਹੋ ਬਿਲਕੁਲ ਸਹੀ ਹੈ, ਸਮੋਲ ਪੌਕਸ ਹੀ ਇਹਦਾ ਰਾਈਟ ਆਂਸਰ ਹੈ। ਪਹਿਲੀ ਸਾਇੰਟੀਫਿਕਲੀ ਅਪਰੂਵਡ ਵੈਕਸੀਨ ਕਿਹੜੀ ਸੀ? ਸਮੋਲ ਪੌਕਸ ਵੈਕਸੀਨ ਪਹਿਲੀ ਸਾਇੰਟੀਫਿਕਲੀ ਅਪਰੂਵਡ ਵੈਕਸੀਨ ਸੀ। ਆਪਸ਼ਨ ਬੀ ਇਹਦਾ ਰਾਈਟ ਆਂਸਰ ਹੈ, ਠੀਕ ਹੈ। ਨੈਕਸਟ ਹੈ ਲਾਈਵ ਅਟੈਨੂਏਟਡ ਵੈਕਸੀਨਸ। ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਥਿਊਰੀ ਪੜਾਂਗੇ। ਲਾਈਵ ਅਟੈਨੂਏਟਡ ਵੈਕਸੀਨਸ ਕਿਹੜੀਆਂ ਹੁੰਦੀਆਂ ਨੇ, ਠੀਕ ਹੈ। ਜਿੱਦਾਂ ਕਿ ਲਾਈਵ ਤੋਂ ਤੁਹਾਨੂੰ ਪਤਾ ਲੱਗ ਹੀ ਹੋਵੇਗਾ, ਜਿਹਦੇ ਜਿਹੜਾ ਪੈਥੋਜਨ ਹੈ ਉਹਨੂੰ ਕਿਲ ਨਹੀਂ ਕੀਤਾ ਜਾਂਦਾ, ਉਹਨੂੰ ਥੋੜ੍ਹਾ ਵੀਕ ਕੀਤਾ ਜਾਂਦਾ ਹੈ ਪੈਥੋਜਨ ਨੂੰ, ਉਹਨੂੰ ਕਿਹੜੇ ਵੈਕਸੀਨ ਕੀਤਾ ਜਾਂਦਾ ਹੈ? ਕਿਹਾ ਜਾਂਦਾ ਹੈ ਲਾਈਵ ਵੈਕਸੀਨਸ, ਠੀਕ ਹੈ। Live vaccines use a weakened or attenuated form of germ that cause a disease. Because these vaccines are so similar to the natural infection, live attenuated vaccine contain whole bacteria or viruses which have been weakened, ठीक है। पूरा दे पूरा बैक्टीरिया या वायरस जो है यूज़ किया जाता है, जिन्हों कमज़ोर किया गया हुंदा है, सो दैट दे क्रिएट अ प्रोटैक्टिव इम्यून रिस्पॉन्स बट डू नॉट कॉज डिसीज़ इन हैल्थी पीपल। ताकि बंदे का इम्यून सिस्टम वधिया बन जाए, इस करके जो बैक्टीरिया है या वायरस है उन्होंने वीक किया जाता है, मारिया नहीं जाता, ठीक है जी। लाइव वैक्सीन दे विच की हुंदा है, होल जो बैक्टीरिया हुंदा है उन्होंने वीक किया जाता है। ये कुछ एक एग्जाम्पल्स ने लाइव अटैਨੂਏਟਡ वैक्सीनस के। मोस्ट कॉमन लाइव अटैਨੂਏਟਡ वैक्सीन इनक्लूड, कुछ एग्जाम्पल्स ने याद कर लो। रोटा वायरस हो गया, शिंगल्स, जैपनीज़ इंसेफेलिटीज़, येलो फीवर, चिकन पॉक्स, स्मॉल पॉक्स, पोलियो, मीजल्स, मम्स, रूबेला, लाइव अटैਨੂਏਟਡ इन्फ्लुएंजा वैक्सीन। ये सारियां किहड़ियां वैक्सीनस ने? लाइव अटैਨੂਏਟਡ वैक्सीनस। ये सारियां वैक्सीनस ने लाइव अटैਨੂਏਟਡ वैक्सीनस। मतलब ये जोड़ा पैथोजन हुंदा है उन्होंने मारिया नहीं जाता, वीक किया जाता है। रोटा वायरस च, शिंगल्स विच, जैपनीज़ इंसेफेलाइटिस, येलो फीवर, चिकन पॉक्स, स्मॉल पॉक्स, पोलियो, मीसल्स ते जोड़ा है इन्फ्लुएंजा है, ठीक है जी। हुण जोड़ा द फॉलोइंग इज़ नॉट एन एग्जाम्पल ऑफ लाइव अटैਨੂਏਟਡ वैक्सीन। लाइव अटैਨੂਏਟਡ वैक्सीन का एग्जाम्पल किहड़ा नहीं है। MMR भी आप उपर पढ़ के, या चिकन पॉक्स भी, इन्फ्लुएंजा भी, पर टैटनस आप उपर नहीं पढ़िया, यानी कि लाइव अटैਨੂਏਟਡ वैक्सीन का एग्जाम्पल किहड़ा नहीं है, टैटनस इसदा राइट आंसर है, ठीक है जी। राइट आंसर इज़ ऑप्शन ए, टैटनस।